ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਬरुण ਕੌਰ ਮਾਨ। ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਜਾ ਰਹੇ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬੀ, 39 ਮੌਤਾਂ ਦਾ ਖਦਸ਼ਾ। ਕੈਨੇਡਾ ਨੇ ਆਪਣੇ ਨਾਗਰਿਕਾਂ ਲਈ ਯੂਕਰੇਨ ਦੀ ਯਾਤਰਾ ਸੰਬੰਧੀ ਐਡਵਾਈਜ਼ਰੀ ਕੀਤੀ ਜਾਰੀ। यूएई ਤੋਂ ਭਾਰਤ ਦੀ ਹਵਾਈ ਟਿਕਟ ਹੋਈ ਕਾਫੀ ਸਸਤੀ। ਬਾਈਡਨ ਦੀ ਰੂਸ ਨੂੰ ਚੇਤਾਵਨੀ, ਯੂਕਰੇਨ 'ਚ ਦਾਖਲ ਹੋਣ ਤੇ ਭੁਗਤਣੇ ਪੈਣਗੇ ਗੰਭੀਰ ਨਤੀਜੇ। ਰੂਸ ਨੇ ਅਮਰੀਕਾ ਤੇ ਉਸਦੇ ਸਹਿਯੋਗੀਆਂ ਨੂੰ ਮੰਗਾਂ ਨਾ ਮੰਨੇ ਜਾਣ ਤੇ ਜਵਾਬੀ ਕਾਰਵਾਈ ਦੀ ਵੀ ਦਿੱਤੀ ਚੇਤਾਵਨੀ। ਅਮਰੀਕਾ ਕੈਨੇਡਾ ਸਰਹੱਦ ਤੇ ਮਾਰੇ ਗਏ ਭਾਰਤੀ ਪਰਿਵਾਰ ਦੀ ਮੈਂਬਰਾਂ ਦੀ ਹੋਈ ਸ਼ਨਾਖਤ। ਅਮਰੀਕਾ ਜਾ ਰਹੇ ਗੁਜਰਾਤ ਦੇ 2 ਭਾਰਤੀ ਪਰਿਵਾਰ ਹੋਏ ਅਗਵਾ। 2 ਭਾਰਤੀਆਂ ਨੂੰ ਬਿਨਾਂ ਬਾਂਡ ਦੇ ਜੇਲ੍ਹ 'ਚੋਂ ਰਿਹਾ ਕਰਨ ਵਾਲਾ ਅਮਰੀਕੀ ਗ੍ਰਿਫਤਾਰ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਵਿੱਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋਣ ਦਾ ਯਤਨ ਕਰ ਰਹੇ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬਣ ਕਾਰਨ ਘੱਟੋ-ਘੱਟ 39 ਜਾਣਿਆਂ ਦੀ ਮੌਤ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ। ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਕੁਝ ਦਿਨ ਪਹਿਲਾਂ -35 ਡਿਗਰੀ ਦੀ ਠੰਡ ਵਿੱਚ ਅਮਰੀਕਾ ਦੇ ਬਾਰਡਰ ਤੋਂ ਸਿਰਫ 12 ਮੀਟਰ ਦੂਰ 4 ਜੀਆਂ ਦਾ ਭਾਰਤੀ ਪਰਿਵਾਰ ਦਮ ਤੋੜ ਗਿਆ ਸੀ। ਫਲੋਰੀਡਾ ਦੇ ਸਮੁੰਦਰੀ ਕੰਢੇ ਤੋਂ ਕੁਝ ਦੂਰੀ ਤੇ ਕਿਸ਼ਤੀ ਡੁੱਬਣ ਦੀ ਇਤਲਾਹ ਮਿਲਣ ਤੇ ਅਮਰੀਕਾ ਦੇ ਕੋਸਟ ਗਾਰਡਜ਼ ਵੱਲੋਂ 39 ਲਾਪਤਾ ਪ੍ਰਵਾਸੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਯੂਕਰੇਨ ਦੇ ਗੈਰ ਜ਼ਰੂਰੀ ਦੌਰਿਆਂ ਦੀਆਂ ਯੋਜਨਾਵਾਂ ਨੂੰ ਰੱਦ ਕਰਨ, ਕਿਉਂਕਿ ਰੂਸ ਯੂਕਰੇਨ ਦੀ ਸਰਹੱਦ ਦੇ ਦੋਵੇਂ ਪਾਸੇ ਤਣਾਅ ਵੱਧ ਰਿਹਾ ਹੈ ਅਤੇ ਫੌਜੀਆਂ ਦੀ ਗਿਣਤੀ ਵੀ ਵੱਧ ਰਹੀ ਹੈ। ਦੇਸ਼ ਦੇ ਵਿਦੇਸ਼ ਮੰਤਰਾਲੇ ਦੀ ਇੱਕ ਸਲਾਹ ਮੁਤਾਬਕ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਰੂਸੀ ਖਤਰਿਆਂ ਅਤੇ ਦੇਸ਼ ਵਿੱਚ ਅਤੇ ਇਸ ਦੇ ਆਲੇ-ਦੁਆਲੇ ਫੌਜੀ ਨਿਰਮਾਣ ਕਾਰਨ ਯੂਕਰੇਨ ਦੀ ਗੈਰ ਜ਼ਰੂਰੀ ਯਾਤਰਾ ਤੋਂ ਬਚੋ। ਮੰਤਰਾਲੇ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਯੂਕਰੇਨ ਵਿੱਚ ਹੋ ਤਾਂ ਤੁਹਾਨੂੰ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਤੁਹਾਡੀ ਮੌਜੂਦਗੀ ਜ਼ਰੂਰੀ ਹੈ। ਇਹ ਕਦਮ ਸੰਯੁਕਤ ਰਾਜ ਆਸਟ੍ਰੇਲੀਆ ਅਤੇ ਯੂਨਾਈਟਿਡ ਕਿੰਗਡਮ ਵਾਂਗ ਉਸੇ ਤਰ੍ਹਾਂ ਦਾ ਹੈ ਜਿਸ ਨੇ ਸੋਮਵਾਰ ਨੂੰ ਕੁਝ ਕੂਟਨੀਤਿਕ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਕੀਵ ਤੋਂ ਜਾਣ ਦਾ ਅਧਿਕਾਰ ਦਿੱਤਾ ਸੀ। ਦੂਜੇ ਦੇਸ਼ਾਂ ਨੇ ਸਥਿਤੀ ਵਿਗੜਨ ਤੇ ਇਸ ਦਾ ਪਾਲਣਾ ਕਰਨ ਦੀ ਤਿਆਰੀ ਜ਼ਾਹਿਰ ਕੀਤੀ ਹੈ ਅਤੇ ਆਪਣੇ ਨਾਗਰਿਕਾਂ ਨੂੰ ਆਵਾਜਾਈ ਦੇ ਵਪਾਰਕ ਸਾਧਨਾਂ ਦੁਆਰਾ ਯੂਕਰੇਨ ਛੱਡਣ ਦੀ ਸਲਾਹ ਦਿੱਤੀ ਹੈ। ਮਾਸਕੋ ਨੇ ਲਗਾਤਾਰ ਯੂਕਰੇਨ ਤੇ ਹਮਲਾ ਕਰਨ ਦੀ ਯੋਜਨਾ ਬਾਰੇ ਦਾਅਵਿਆਂ ਤੋਂ ਇਨਕਾਰ ਕੀਤਾ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਰੂਸੀ ਸਰਹੱਦਾਂ ਦੇ ਨੇੜੇ ਨਾਟੋ ਦੀ ਫੌਜੀ ਗਤੀਵਿਧੀ ਨੂੰ ਆਪਣੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਮੰਨਦਾ ਹੈ। ਪਿਛਲੇ ਮਹੀਨੇ ਰੂਸ ਨੇ ਅਮਰੀਕਾ ਤੇ ਨਾਟੋ ਨੂੰ ਯੂਰਪ ਵਿੱਚ ਸੁਰੱਖਿਆ ਗਰੰਟੀ ਦੇ ਪ੍ਰਸਤਾਵ ਪੇਸ਼ ਕੀਤੇ ਸਨ, ਜਿਨ੍ਹਾਂ ਤੇ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। यूएई ਵਿੱਚ ਰਹਿ ਰਹੇ ਲੱਖਾਂ ਭਾਰਤੀਆਂ ਲਈ ਖੁਸ਼ਖਬਰੀ ਹੈ। यूएई ਤੋਂ ਭਾਰਤ ਯਾਤਰਾ ਦਾ ਹਵਾਈ ਕਿਰਾਇਆ ਬਹੁਤ ਸਸਤਾ ਹੋ ਗਿਆ। ਭਾਰਤ ਦੇ 13 ਸ਼ਹਿਰਾਂ ਦੇ ਲਈ ਹੁਣ ਕਰੀਬ 250 ਦਰਹਮ ਜਾਂ 5111 ਰੁਪਏ ਚੁਕਾਉਣੇ ਹੋਣਗੇ। यूएई ਦੀ ਬਹੁਤ ਘੱਟ ਦਰਾਂ ਦੇ ਜਹਾਜ਼ ਸੇਵਾ ਵਾਲੀ ਕੰਪਨੀ ਏਅਰ ਅਰਬੀਆ ਨੇ ਇੱਕ ਪਾਸੇ ਦੇ ਲਈ ਇਸ ਸਸਤੀ ਉਡਾਣ ਦਾ ਐਲਾਨ ਕੀਤਾ। ਇਹੀ ਨਹੀਂ, ਏਅਰ ਅਰਬੀਆ ਨੇ ਅਲ ਖੈਮਾ ਅਤੇ ਸ਼ਾਰਜਾ ਏਅਰਪੋਰਟ ਦੇ ਲਈ ਸ਼ਟਲ ਬੱਸ ਸੇਵਾ ਨੂੰ ਵੀ ਸ਼ੁਰੂ ਕਰ ਦਿੱਤਾ ਹੈ। ਏਅਰ ਅਰਬੀਆ ਨੇ ਜਿਹੜੇ ਸ਼ਹਿਰਾਂ ਦੇ ਲਈ ਉਡਾਣ ਸੇਵਾ ਸ਼ੁਰੂ ਕੀਤੀ ਹੈ ਉਹਨਾਂ ਵਿੱਚ ਦਿੱਲੀ, ਬੰਬਈ, ਹੈਦਰਾਬਾਦ, ਜੈਪੁਰ, ਬੰਗਲੌਰ, ਅਹਿਮਦਾਬਾਦ, ਗੋਆ, ਕਾਲਕੀਟ, ਕੋਚੀ, ਤ੍ਰਿਵੇਂਦਰਮ, ਚੇਨਈ, ਕੋਇੰਬਟੂਰ ਅਤੇ ਨਾਗਪੁਰ ਕੋਇੰਬਟੂਰ ਅਤੇ ਨਾਗਪੁਰ ਸ਼ਾਮਲ ਹਨ। ਏਅਰ ਅਰਬੀਆ ਨੇ ਦੱਸਿਆ ਕਿ ਉਸਦੀ ਸ਼ਟਲ ਬੱਸ ਸੇਵਾ ਅਲ ਖੈਮਾ ਅਤੇ ਸ਼ਾਰਜਾ ਦੇ ਲਈ ਦਿਨ ਵਿੱਚ 3 ਵਾਰ ਚੱਲੇਗੀ। ਇਸ ਦੇ ਲਈ ਯਾਤਰੀਆਂ ਨੂੰ 30 ਦਰਹਮ ਚੁਕਾਉਣੇ ਹੋਣਗੇ। यूएई ਆਉਣ ਵਾਲੇ ਯਾਤਰੀਆਂ ਨੂੰ 17 ਜਨਵਰੀ ਤੋਂ ਹੀ ਮਹਾਰਾਸ਼ਟਰ ਵਿੱਚ 7 ਦਿਨਾਂ ਦੇ ਹੋਮ ਕੁਆਰੰਟਾਈਨ ਵਿੱਚ ਨਹੀਂ ਰਹਿਣਾ ਪੈ ਰਿਹਾ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਨੂੰ ਰੂਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਨੇ ਯੂਕਰੇਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਪੁਤਿਨ ਨੂੰ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਰੂਸ ਯੂਕਰੇਨ ਵਿੱਚ ਦਾਖਲ ਹੋਣ ਦਾ ਫੈਸਲਾ ਕਰਦਾ ਹੈ ਤਾਂ ਉਸ ਨੂੰ ਗੰਭੀਰ ਆਰਥਿਕ ਪਾਬੰਦੀਆਂ ਸਮੇਤ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇੰਨਾ ਹੀ ਨਹੀਂ, ਮੈਂ ਪੂਰਬੀ ਖੇਤਰ ਵਿੱਚ ਅਮਰੀਕੀ ਫੌਜਾਂ ਅਤੇ ਨਾਟੋ ਦੀ ਮੌਜੂਦਗੀ ਨੂੰ ਵਧਾਉਣ ਤੋਂ ਵੀ ਸੰਕੋਚ ਨਹੀਂ ਕਰਾਂਗਾ। ਬਾਈਡਨ ਨੇ ਮੰਗਲਵਾਰ ਨੂੰ ਸਵੇਰੇ ਆਪਣੇ ਰਾਸ਼ਟਰੀ ਸੁਰੱਖਿਆ ਟੀਮ ਨਾਲ ਬੈਠਕ ਕੀਤੀ। ਉਹਨਾਂ ਨੇ ਕਿਹਾ ਕਿ ਰੂਸੀ ਬਲਾਂ ਦੀ ਤਾਇਨਾਤੀ ਵਿੱਚ ਕੋਈ ਬਦਲਾਅ ਨਹੀਂ ਹੋਇਆ। ਬੇਲਾਰੂਸ ਦੀ ਪੂਰੀ ਸਰਹੱਦ ਤੇ ਰੂਸੀ ਫੌਜੀ ਮੌਜੂਦ ਨੇ। ਬਾਈਡਨ ਨੇ ਸਪਸ਼ਟ ਕੀਤਾ ਕਿ ਅਮਰੀਕਾ ਦੀ ਯੂਕਰੇਨ 'ਚ ਆਪਣੀਆਂ ਫੌਜਾਂ ਜਾਂ ਨਾਟੋ ਬਲਾਂ ਨੂੰ ਭੇਜਣ ਦੀ ਕੋਈ ਯੋਜਨਾ ਨਹੀਂ ਹੈ।
ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਰ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਜੇ ਰੂਸੀ ਫੌਜਾਂ ਯੂਕਰੇਨ ਵਿੱਚ ਦਾਖਲ ਹੁੰਦੀਆਂ ਨੇ ਤਾਂ ਇਸ ਦੇ ਗੰਭੀਰ ਆਰਥਿਕ ਨਤੀਜੇ ਹੋਣਗੇ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਹੱਦ ਤੇ 1 ਲੱਖ ਰੂਸੀ ਫੌਜੀ ਮੌਜੂਦ ਨੇ ਜੋ ਯੂਕਰੇਨ ਤੇ ਹਮਲੇ ਲਈ ਜੰਗ ਭੜਕਾਊ ਬਿਆਨਬਾਜ਼ੀ ਅਤੇ ਕਾਰਵਾਈਆਂ ਰਾਹੀਂ ਦੁਨੀਆ ਭਰ ਵਿੱਚ ਪ੍ਰਚਾਰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸਾਕੀ ਨੇ ਕਿਹਾ ਕਿ ਅਸੀਂ ਕੂਟਨੀਤਿਕ ਯਤਨਾਂ ਨੂੰ ਤਰਜੀਹ ਦੇਵਾਂਗੇ ਪਰ ਸਾਨੂੰ ਨਹੀਂ ਪਤਾ ਕਿ ਰਾਸ਼ਟਰਪਤੀ ਪੁਤਿਨ ਦੇ ਦਿਮਾਗ ਵਿੱਚ ਕੀ ਚੱਲ ਰਿਹਾ। ਅਸੀਂ ਸਰਹੱਦ ਤੇ ਹਮਲਾਵਰ ਕਾਰਵਾਈ ਅਤੇ ਤਿਆਰੀ ਦੇਖੀ ਹੈ। ਸਾਕੀ ਨੇ ਕਿਹਾ ਖੇਤਰ ਵਿੱਚ ਤਣਾਅ ਨੂੰ ਘੱਟ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਯੂਕਰੇਨ ਸੰਕਟ ਨੂੰ ਲੈ ਕੇ ਆਪਣੇ ਕਈ ਸਹਿਯੋਗੀਆਂ ਅਤੇ ਭਾਈਵਾਲਾਂ ਦੇ ਸੰਪਰਕ ਵਿੱਚ ਹਾਂ। ਹਾਲਾਂਕਿ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਬਾਰੇ ਮੇਰੇ ਕੋਲ ਸਪਸ਼ਟ ਕਰਨ ਲਈ ਕੁਝ ਨਹੀਂ ਹੈ। ਅਸੀਂ ਖੇਤਰ ਵਿੱਚ ਤਣਾਅ ਨੂੰ ਘੱਟ ਕਰਨ ਦੀ ਹਰ ਕੋਸ਼ਿਸ਼ ਦਾ ਸਵਾਗਤ ਕਰਦੇ ਹਾਂ। ਉਧਰ ਰੂਸ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਨੇ ਉਸ ਦੀਆਂ ਸੁਰੱਖਿਆ ਮੰਗਾਂ ਨੂੰ ਪੂਰਾ ਨਹੀਂ ਕੀਤਾ ਅਤੇ ਆਪਣੀ ਹਮਲਾਵਰ ਨੀਤੀ ਨੂੰ ਜਾਰੀ ਰੱਖਿਆ ਤਾਂ ਉਹ ਤੁਰੰਤ ਜਵਾਬੀ ਕਦਮ ਚੁੱਕਣ ਤੋਂ ਗੁਰੇਜ਼ ਨਹੀਂ ਕਰੇਗਾ। ਯੂਕਰੇਨ ਤੇ ਰੂਸ ਦੇ ਸੰਭਾਵਿਤ ਹਮਲੇ ਨੂੰ ਲੈ ਕੇ ਪੈਦਾ ਹੋਈਆਂ ਚਿੰਤਾਵਾਂ ਦਰਮਿਆਨ ਉਸਦੀ ਇਸ ਚੇਤਾਵਨੀ ਨੇ ਪੱਛਮੀ ਦੇਸ਼ਾਂ ਤੇ ਦਬਾਅ ਵਧਾ ਦਿੱਤਾ ਹੈ। ਹਾਲਾਂਕਿ ਰੂਸ ਯੂਕਰੇਨ ਤੇ ਹਮਲੇ ਵਰਗੀਆਂ ਕਿਸੇ ਵੀ ਯੋਜਨਾਵਾਂ ਤੋਂ ਇਨਕਾਰ ਕਰਦਾ ਰਿਹਾ ਹੈ ਪਰ ਅਮਰੀਕਾ ਅਤੇ ਉਸਦੇ ਨਾਟੋ ਸਹਿਯੋਗੀ ਰੂਸ ਵੱਲੋਂ ਯੂਕਰੇਨ ਦੀ ਸਰਹੱਦ ਤੇ ਲਗਭਗ 1 ਲੱਖ ਫੌਜੀ ਤਾਇਨਾਤ ਕੀਤੇ ਜਾਣ ਨਾਲ ਚਿੰਤਤ ਨੇ। ਦਰਅਸਲ ਰੂਸ ਨੇ ਨਾਟੋ ਤੋਂ ਇਹ ਗਾਰੰਟੀ ਮੰਗੀ ਹੈ ਕਿ ਉਹ ਯੂਕਰੇਨ ਅਤੇ ਹੋਰ ਪੂਰਬੀ ਸੋਵੀਅਤ ਦੇਸ਼ਾਂ ਨੂੰ ਆਪਣਾ ਮੈਂਬਰ ਨਹੀਂ ਬਣਨ ਦੇਗਾ। ਨਾਲ ਹੀ ਉਹ ਹੋਰ ਪੂਰਵ ਸੋਵੀਅਤ ਦੇਸ਼ਾਂ 'ਚ ਤਾਇਨਾਤ ਫੌਜੀਆਂ ਨੂੰ ਵਾਪਸ ਬੁਲਾਏਗਾ। ਇਹਨਾਂ ਮੰਗਾਂ ਨੂੰ ਲੈ ਕੇ ਬੜੇ ਤਣਾਅ ਦੇ ਚਲਦੇ ਜੰਗ ਛਿੜਨ ਦਾ ਖਤਰਾ ਮੰਡਰਾ ਰਿਹਾ ਹੈ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਬੁੱਧਵਾਰ ਨੂੰ ਸੰਸਦ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਅਤੇ ਹੋਰ ਚੋਟੀ ਦੇ ਅਧਿਕਾਰੀ ਰੂਸ ਦੀਆਂ ਮੰਗਾਂ ਤੇ ਅਮਰੀਕੀ ਦਾ ਲਿਖਤ ਜਵਾਬ ਮਿਲਣ ਤੋਂ ਬਾਅਦ ਅਗਲੇ ਕਦਮ ਦੇ ਬਾਰੇ 'ਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਲਾਹ ਦੇਣਗੇ। ਉਹਨਾਂ ਨੇ ਕਿਹਾ ਕਿ ਇਸ ਹਫ਼ਤੇ ਜਵਾਬ ਮਿਲਣ ਦੀ ਉਮੀਦ ਹੈ। ਹਾਲਾਂਕਿ ਅਮਰੀਕਾ ਤੇ ਉਸਦੇ ਸਹਿਯੋਗੀ ਪਹਿਲਾਂ ਹੀ ਇਹ ਸਪਸ਼ਟ ਕਰ ਚੁੱਕੇ ਨੇ ਕਿ ਰੂਸ ਦੀਆਂ ਚੋਟੀਆਂ ਦੀਆਂ ਮੰਗਾਂ ਨੂੰ ਨਹੀਂ ਮੰਨਣਗੇ। ਬੀਤੇ ਦਿਨੀ ਅਮਰੀਕਾ ਕੈਨੇਡਾ ਬਾਰਡਰ ਪਾਰ ਕਰਦੇ ਸਮੇਂ ਭਿਆਨਕ ਬਰਫ਼ਬਾਰੀ ਵਿੱਚ ਅਮਰੀਕਾ ਦਾਖਲ ਹੁੰਦੇ ਅੱਤ ਦੀ ਠੰਡ ਵਿੱਚ ਮਾਰੇ ਗਏ ਇੱਕ ਪਰਿਵਾਰ ਦੇ 4 ਮੈਂਬਰਾਂ ਦੀ ਪਛਾਣ ਗੁਜਰਾਤੀ ਪਰਿਵਾਰ ਦੇ ਵਜੋਂ ਹੋਈ ਹੈ। ਇਹ ਪਰਿਵਾਰ ਜੋ ਅਮਰੀਕਨ ਡ੍ਰੀਮ ਦੀ ਭਾਲ ਵਿੱਚ ਮੌਤ ਦੇ ਮੂੰਹ 'ਚ ਬਰਫ਼ ਵਿੱਚ ਜੰਮ ਗਿਆ ਅਤੇ ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਉਹਨਾਂ ਦਾ ਭਾਰਤ ਤੋਂ ਪਿਛੋਕੜ ਪਿੰਡ ਡਿੰਗੂਚਾ ਹੈ ਜੋ ਗੁਜਰਾਤ ਸੂਬੇ ਦੇ ਜ਼ਿਲ੍ਹਾ ਗਾਂਧੀ ਨਗਰ ਵਿੱਚ ਹੈ। ਇਹ ਪਟੇਲ ਪਰਿਵਾਰ ਜੋ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦਾਖਲ ਹੋਣ ਲਈ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿੱਚ ਸੀ, ਮੌਤ ਦੇ ਮੂੰਹ ਵਿੱਚ ਸਦਾ ਲਈ ਚਲਾ ਗਿਆ। ਮਾਰਿਆ ਗਿਆ ਪਰਿਵਾਰ ਜਿਸ ਵਿੱਚ 3 ਸਾਲ ਦਾ ਬੱਚਾ ਵੀ ਸ਼ਾਮਲ ਸੀ ਦੀ ਮੌਤ ਕੈਨੇਡਾ ਤੋਂ ਅਮਰੀਕਾ ਦੀ ਸਰਹੱਦ ਪਾਰ ਕਰਦੇ ਸਮੇਂ ਹੋਈ ਸੀ। ਮਾਰੇ ਗਏ ਇਸ ਪਰਿਵਾਰ ਦਾ ਪਿੰਡ ਗੁਜਰਾਤ ਦੇ ਗਾਂਧੀ ਨਗਰ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ ਤੇ ਸੀ। ਇਸ ਪਿੰਡ ਦੇ 1800 ਤੋਂ ਵੱਧ ਲੋਕ ਅਮਰੀਕਾ ਵਿੱਚ ਰਹਿੰਦੇ ਨੇ। ਡਿੰਗੂਚਾ ਪਿੰਡ ਵਿੱਚ ਹਰ ਘਰ ਦਾ ਕੋਸਟਕੋ ਕੈਂਡੀ ਅਤੇ ਜਲੇਪੀਨੋ ਵੇਫਰਾਂ ਦਾ ਕਾਰੋਬਾਰ ਹੈ। ਮਾਰੇ ਗਏ ਪਰਿਵਾਰ ਦੀ ਸ਼ਨਾਖਤ ਜਗਦੀਸ਼ ਪਟੇਲ, ਉਸਦੀ ਪਤਨੀ ਵੈਸ਼ਾਲੀ ਪਟੇਲ ਅਤੇ ਉਹਨਾਂ ਦੇ 2 ਬੱਚਿਆਂ ਵਿਹਾਂਗੀ ਅਤੇ ਮੁੰਡੇ ਧਾਰਮਿਕ ਵਜੋਂ ਹੋਈ ਹੈ। ਇਹਨਾਂ ਦੀਆਂ ਲਾਸ਼ਾਂ ਸਰਹੱਦ ਤੇ ਬਰਾਮਦ ਕੀਤੀਆਂ ਗਈਆਂ ਜਦੋਂ ਤਾਪਮਾਨ -35 ਡਿਗਰੀ ਸੈਲਸੀਅਸ ਤੇ ਸੀ ਅਤੇ ਕੈਨੇਡਾ ਵਿੱਚ ਪੈਂਦੀ ਕਠੋਰ ਠੰਡ ਨਾਲ ਹੋਈਆਂ 3 ਮੌਤਾਂ ਨੇ ਪਟੇਲ ਪਰਿਵਾਰ ਲਈ ਉਹਨਾਂ ਦਾ ਅਮਰੀਕੀ ਸੁਪਨਾ ਇੱਕ ਡਰਾਉਣਾ ਸੁਪਨਾ ਸਾਬਤ ਹੋਇਆ। ਅਮਰੀਕਾ ਕੈਨੇਡਾ ਸਰਹੱਦ ਤੇ ਠੰਡ ਕਾਰਨ ਮਾਰੇ ਗਏ ਇੱਕੋ ਪਰਿਵਾਰ ਦੀਆਂ ਮੌਤਾਂ ਦਾ ਦਰਦ ਅਜੇ ਗੁਜਰਾਤ ਦੇ ਲੋਕ ਭੁੱਲੇ ਨਹੀਂ ਸਨ ਕਿ ਗੁਜਰਾਤੀ ਭਾਈਚਾਰੇ ਲਈ ਇੱਕ ਹੋਰ ਮਾੜੀ ਖਬਰ ਆ ਗਈ। ਗੁਜਰਾਤ ਦੇ 2 ਪਰਿਵਾਰਾਂ ਨਾਲ ਸੰਬੰਧਿਤ 6 ਲੋਕ ਅਮਰੀਕਾ ਜਾਣ ਦਾ ਯਤਨ ਕਰ ਰਹੇ ਸੀ। ਇਸੇ ਦੌਰਾਨ ਉਹ ਤੁਰਕੀ ਜਾ ਕੇ ਲਾਪਤਾ ਹੋ ਗਏ। ਸੂਤਰਾਂ ਮੁਤਾਬਕ ਉਹਨਾਂ ਨੇ ਕਿਸੇ ਕੇ ਅਗਵਾ ਤੇ ਰਿਹਾਈ ਬਦਲੇ ਵੱਡੀ ਰਕਮ ਮੰਗੀ ਜਾ ਰਹੀ ਹੈ। ਗਾਂਧੀਨਗਰ ਪੁਲਿਸ ਮੁਤਾਬਕ ਲਾਪਤਾ ਲੋਕ ਗਾਂਧੀਨਗਰ ਪਿੰਡ ਦੇ 2 ਪਰਿਵਾਰਾਂ ਦੇ ਨੇ। ਪੁਲਿਸ ਮੁਤਾਬਕ ਇਹ ਲੋਕ ਕਲੋਲ ਤਾਲੁਕਾ ਦੇ ਇੱਕ ਪਿੰਡ ਦੇ ਰਹਿਣ ਵਾਲੇ ਨੇ। ਇਹ ਸਾਰੇ ਅਮਰੀਕਾ ਜਾ ਰਹੇ ਸਨ ਪਰ ਤੁਰਕੀ ਜਾ ਕੇ ਲਾਪਤਾ ਹੋ ਗਏ। ਸੂਤਰਾਂ ਮੁਤਾਬਕ ਉਹਨਾਂ ਨੂੰ ਤੁਰਕੀ ਤੋਂ ਮਨੁੱਖੀ ਤਸਕਰਾਂ ਨੇ ਅਗਵਾ ਕੀਤਾ ਹੈ ਅਤੇ ਉਹਨਾਂ ਨੂੰ ਫਿਰੌਤੀ ਲਈ ਰੱਖਿਆ ਗਿਆ। ਅਗਵਾਕਾਰਾਂ ਨੇ ਇਹਨਾਂ ਲੋਕਾਂ ਨੂੰ ਵਾਪਸ ਕਰਨ ਬਦਲੇ ਪੈਸਿਆਂ ਦੀ ਮੰਗ ਕੀਤੀ ਹੈ। ਗਾਂਧੀਨਗਰ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਗਵਾ ਹੋਏ ਲੋਕ 2 ਪਰਿਵਾਰਾਂ ਨਾਲ ਸੰਬੰਧਿਤ ਨੇ। ਇੱਕ ਪਰਿਵਾਰ ਵਿੱਚ ਤੇਜਸ ਪਟੇਲ, ਉਸਦੀ ਪਤਨੀ ਅਲਕਾ ਅਤੇ ਪੁੱਤਰ ਦਿਵਿਆ ਸ਼ਾਮਲ ਨੇ, ਜਦੋਂ ਕਿ ਦੂਜੇ ਵਿੱਚ ਸੁਰੇਸ਼ ਪਟੇਲ, ਉਹਨਾਂ ਦੀ ਪਤਨੀ ਸ਼ੋਭਾ ਅਤੇ ਧੀ ਫੌਰਮ ਸ਼ਾਮਲ ਨੇ।
ਕੈਨੇਡਾ 'ਚ ਅਮਰੀਕਾ ਦੀ ਸਰਹੱਦ ਨੇੜੇ 4 ਭਾਰਤੀਆਂ ਦੇ ਮਨੁੱਖੀ ਤਸਕਰੀ ਦੌਰਾਨ ਕੜਾਕੇ ਦੀ ਠੰਡ ਦੌਰਾਨ ਮਾਰੇ ਜਾਣ ਤੋਂ ਬਾਅਦ ਮਨੁੱਖੀ ਤਸਕਰੀ ਦੇ ਦੋਸ਼ ਹੇਠ ਫਲੋਰੀਡਾ ਦੇ ਇੱਕ ਵਿਅਕਤੀ ਨੂੰ ਅਮਰੀਕਾ 'ਚ 2 ਭਾਰਤੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਬਿਨਾਂ ਬਾਂਡ ਭਰੇ ਜੇਲ੍ਹ ਤੋਂ ਰਿਹਾ ਕਰਵਾਉਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਸਟੀਵ ਚੈਂਡ ਨੂੰ ਪਿਛਲੇ ਹਫ਼ਤੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸਤੇ ਕਾਨੂੰਨ ਦੀ ਉਲੰਘਣਾ ਕਰਕੇ ਸੰਯੁਕਤ ਰਾਜ ਅਮਰੀਕਾ 'ਚ ਦਾਖਲ ਹੋਏ ਜਾਂ ਰਹਿਣ ਵਾਲੇ ਪਰਦੇਸੀ ਲੋਕਾਂ ਨੂੰ ਲਿਜਾਣ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਨੇ। ਅਧਿਕਾਰੀਆਂ ਅਨੁਸਾਰ ਜਿਸ ਸਮੇਂ ਸਟੀਵ ਚੈਂਡ ਨੂੰ 2 ਭਾਰਤੀਆਂ ਨਾਲ ਗ੍ਰਿਫਤਾਰ ਕੀਤਾ ਗਿਆ ਤਾਂ ਉਸੇ ਦਿਸ਼ਾ 'ਚ 1 ਮੀਲ ਦੂਰ 5 ਹੋਰ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੇ ਦੱਸਿਆ ਕਿ ਉਹ 11 ਘੰਟਿਆਂ ਤੋਂ ਪੈਦਲ ਚੱਲ ਰਹੇ ਹਨ। ਇਨ੍ਹਾਂ 'ਚੋਂ ਇੱਕ ਭਾਰਤੀ ਨੇ ਦੱਸਿਆ ਕਿ ਮੋਢੇ ਤੇ ਪਾਇਆ ਬੈਗ ਉਸ ਦਾ ਨਹੀਂ ਹੈ ਅਤੇ ਇਹ ਬੈਗ ਉਹ ਉਸ 4 ਮੈਂਬਰੀ ਗੁਜਰਾਤੀ ਪਰਿਵਾਰ ਲਈ ਲੈ ਕੇ ਜਾ ਰਿਹਾ ਹੈ ਜੋ ਉਹਨਾਂ ਦੇ ਸਮੂਹ ਨਾਲ ਤੁਰੇ ਸਨ ਪਰ ਰਾਤ ਨੂੰ ਵੱਖ ਹੋ ਗਏ ਸਨ। ਬੈਗ 'ਚ ਬੱਚਿਆਂ ਦੇ ਕੱਪੜੇ, ਡਾਇਪਰ, ਖਿਡੌਣੇ ਅਤੇ ਬੱਚਿਆਂ ਦੀਆਂ ਦਵਾਈਆਂ ਸਨ। ਜ਼ਿਕਰਯੋਗ ਹੈ ਕਿ 19 ਜਨਵਰੀ 2022 ਨੂੰ US ਬਾਰਡਰ ਪੈਟਰੋਲ ਅਧਿਕਾਰੀਆਂ ਨੂੰ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਤੋਂ ਜਾਣਕਾਰੀ ਮਿਲੀ ਸੀ ਕਿ ਅੰਤਰਰਾਸ਼ਟਰੀ ਸਰਹੱਦ ਦੇ ਕੈਨੇਡੀਅਨ ਪਾਸੇ 4 ਲਾਸ਼ਾਂ ਬਰਫ਼ 'ਚ ਜੰਮੀਆਂ ਮਿਲੀਆਂ ਨੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਏ ਜਾ ਰਹੇ 101ਵੇਂ ਨਨਕਾਣਾ ਸਾਹਿਬ ਸ਼ਹੀਦੀ ਸਾਕੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਬਾਬਾ ਕਸ਼ਮੀਰ ਸਿੰਘ, ਸ਼੍ਰੋਮਣੀ ਕਮੇਟੀ ਅਤੇ ਦੇਸ਼ ਵਿਦੇਸ਼ ਦੀਆਂ ਹੋਰਨਾਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। PSGPC ਦੇ ਪ੍ਰਧਾਨ ਅਮੀਰ ਸਿੰਘ ਨੇ ਦੱਸਿਆ ਹੈ ਕਿ ਸ੍ਰੀ ਨਨਕਾਣਾ ਸਾਹਿਬ ਸ਼ਹੀਦੀ ਸਾਕੇ ਮੌਕੇ ਪਾਕਿਸਤਾਨ ਵੱਲੋਂ 8 ਦਿਨਾਂ ਦਾ ਵੀਜ਼ਾ ਦਿੱਤਾ ਜਾਏਗਾ ਅਤੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਭਾਰਤੀ ਸਿੱਖ ਯਾਤਰੂ 18 ਫਰਵਰੀ ਨੂੰ ਅਟਾਰੀ ਵਾਘਾ ਸਰਹੱਦ ਰਾਹੀਂ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਣਗੇ। ਗੁਰਦੁਆਰਾ ਜਨਮ ਅਸਥਾਨ ਵਿਖੇ 19 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਅਤੇ ਉਸੇ ਦਿਨ ਯਾਤਰੀ ਫਾਰੂਖਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨਾਂ ਲਈ ਜਾਣਗੇ। 20 ਫਰਵਰੀ ਨੂੰ ਸੰਗਤ ਸ੍ਰੀ ਨਨਕਾਣਾ ਸਾਹਿਬ ਦੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕਰੇਗੀ ਅਤੇ 21 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। 22 ਫਰਵਰੀ ਨੂੰ ਯਾਤਰੂ ਗੁਰਦੁਆਰਾ ਸ੍ਰੀ ਪੰਜਾ ਸਾਹਿਬ, 23 ਫਰਵਰੀ ਨੂੰ ਲਾਹੌਰ ਸਥਿਤ ਗੁਰਦੁਆਰਾ ਡੇਰਾ ਸਾਹਿਬ ਅਤੇ 24 ਫਰਵਰੀ ਨੂੰ ਸ੍ਰੀ ਕਰਤਾਰਪੁਰ ਸਾਹਿਬ ਅਤੇ ਐਮਨਾਬਾਦ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਉਪਰੰਤ 25 ਫਰਵਰੀ ਨੂੰ ਭਾਰਤ ਵਾਪਸ ਪਰਤਣਗੇ। ਬੀਤੇ ਦਿਨ ਹਾਲਟਨ ਹਿਲਜ਼, ਓਨਟਾਰੀਓ, ਕੈਨੇਡਾ ਦੀ ਪੁਲਿਸ ਵੱਲੋਂ ਕੀਤੀ ਗਈ 7 ਮਹੀਨਿਆਂ ਦੀ ਜਾਂਚ ਤੋਂ ਬਾਅਦ 21 ਕਿਲੋ ਸ਼ੱਕੀ ਡਰੱਗਸ ਅਤੇ ਕੁੱਲ $2.5 ਮਿਲੀਅਨ ਦੀ ਬਰਾਮਦਗੀ, ਜਿਸ ਵਿੱਚ $1.1 ਮਿਲੀਅਨ ਕੈਸ਼, ਗੱਡੀਆਂ ਅਤੇ ਮਹਿੰਗੀਆਂ ਘੜੀਆਂ ਸਨ ਨਾਲ ਗ੍ਰਿਫਤਾਰ ਕੀਤੇ ਗਏ 7 ਸ਼ੱਕੀ ਦੋਸ਼ੀਆਂ ਵਿੱਚੋਂ ਇੱਕ ਅਜਮੇਰ ਸਿੰਘ ਨੂੰ 13 ਸਾਲ ਅਤੇ 222 ਦਿਨਾਂ ਦੀ ਸਜ਼ਾ ਹੋਈ ਹੈ। ਇੱਕ ਹੋਰ ਵੱਖਰੇ ਚਾਰਜ ਤਹਿਤ ਅਜਮੇਰ ਸਿੰਘ ਨੂੰ 10 ਸਾਲ ਦੀ ਸਜ਼ਾ ਹੋਈ ਹੈ ਅਤੇ ਦੋਵੇਂ ਸਜ਼ਾਵਾਂ ਨਾਲੋਂ ਨਾਲ ਚੱਲਣਗੀਆਂ। ਇਸ ਤੋਂ ਇਲਾਵਾ $7,27,883 ਦੀ ਨਕਦੀ, ਇਸ ਮਾਮਲੇ ਵਿੱਚ ਵਰਤੀ ਗਈ ਗੱਡੀ ਅਤੇ ਜਿਊਲਰੀ ਨੂੰ ਵੀ ਜ਼ਬਤ ਕਰਨ ਦਾ ਹੁਕਮ ਦਿੱਤਾ ਗਿਆ। ਦੱਸਣਯੋਗ ਹੈ ਕਿ ਪ੍ਰੋਜੈਕਟ ਲਿੰਕਸ ਤਹਿਤ ਅਪ੍ਰੈਲ 2020 ਨੂੰ ਹਾਲਟਨ ਰੀਜਨਲ ਪੁਲਿਸ ਵੱਲੋਂ 7 ਜਣੇ ਸ਼ੱਕੀ 21 ਕਿਲੋ ਡਰੱਗਸ ਨਾਲ ਗ੍ਰਿਫਤਾਰ ਕੀਤੇ ਗਏ ਸਨ, ਜਿਨ੍ਹਾਂ ਵਿੱਚ 4 ਪੰਜਾਬੀ ਸਨ। ਬਾਕੀ ਸਥਿਤ 6 ਦੋਸ਼ੀਆਂ ਦੇ ਮਾਮਲੇ ਤੇ ਕੋਰਟ ਦਾ ਫੈਸਲਾ ਹਾਲੇ ਨਹੀਂ ਆਇਆ। ਫੈਸਲੇ ਤੋਂ ਬਾਅਦ ਹਾਲਟਨ ਪੁਲਿਸ ਸਰਵਿਸਿਜ਼ ਦੇ ਡਿਪਟੀ ਚੀਫ ਜੈਫ ਹਲ ਨੇ ਖੁਸ਼ੀ ਜਤਾਈ ਹੈ ਕਿ ਇਸ ਫੈਸਲੇ ਨਾਲ ਨਸ਼ੇ ਦੇ ਵਿਕਰੇਤਾ ਤੇ ਗਲਤ ਅਨਸਰਾਂ ਨੂੰ ਸਖਤ ਸੁਨੇਹਾ ਜਾਏਗਾ। ਹੌਸਟਨ ਵਿੱਚ ਇੱਕ ਟ੍ਰੈਫਿਕ ਸਟਾਪ ਤੇ ਇੱਕ ਟੋਇਟਾ ਅਵਾਲੋਨ ਗੱਡੀ ਦੇ ਡਰਾਈਵਰ ਨੇ ਗੋਲੀਆਂ ਮਾਰ ਕੇ ਡਿਪਟੀ ਕਾਂਸਟੇਬਲ ਦੀ ਹੱਤਿਆ ਕਰ ਦਿੱਤੀ ਤੇ ਫਰਾਰ ਹੋ ਗਿਆ। ਮਾਰੇ ਗਏ ਡਿਪਟੀ ਕਾਂਸਟੇਬਲ ਦੀ ਪਛਾਣ ਚਾਰਲਸ ਕਾਲੂਵੋ ਵਜੋਂ ਹੋਈ ਹੈ। ਇਹ ਜਾਣਕਾਰੀ ਪੁਲਿਸ ਮੁਖੀ ਟਰਾਈ ਫਿਨਰ ਨੇ ਪੱਤਰਕਾਰਾਂ ਨੂੰ ਦਿੱਤੀ ਹੈ। ਮੌਕੇ ਦੇ ਗਵਾਹਾਂ ਅਨੁਸਾਰ ਸ਼ੱਕੀ ਹਮਲਾਵਰ ਹਿਸਪੈਨਿਕ ਮਰਦ ਸੀ, ਜਿਸ ਨੇ ਆਪਣੀ ਗੱਡੀ ਵਿੱਚੋਂ ਨਿਕਲ ਕੇ ਚਾਰਲਸ ਤੇ ਕਈ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਿਆ। ਉਸ ਕੋਲ ਅਸੌਲਟ ਰਾਈਫਲ ਵਰਗਾ ਹਥਿਆਰ ਸੀ। ਵਿਨਰ ਨੇ ਕਿਹਾ ਕਿ ਟੋਇਟਾ ਗੱਡੀ ਦੇ ਡਰਾਈਵਰ ਦੀ ਪਛਾਣ ਓਸਕਾਰ ਰੋਸਾਲਸ ਵਜੋਂ ਕੀਤੀ ਗਈ ਹੈ ਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਭਾਰਤ ਦੇ 73ਵੇਂ ਗਣਤੰਤਰ ਦਿਵਸ ਤੇ ਅਮਰੀਕਾ ਦੇ ਵਾਈਟ ਹਾਊਸ ਨੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੱਤੀ। ਉਹਨਾਂ ਨੇ ਵੀ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਭਾਈਵਾਲੀ ਜਮਹੂਰੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦੀ ਸਾਂਝੀ ਜ਼ਿੰਮੇਵਾਰੀ ਨਾਲ ਜੁੜੀ ਹੋਈ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਆਪਣੀ ਰੋਜ਼ਾਨਾ ਨਿਊਜ਼ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਗਣਤੰਤਰ ਦਿਵਸ ਦੇ ਸਨਮਾਨ ਵਿੱਚ ਭਾਰਤ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਸ਼ਾਮਲ ਹੁੰਦੇ ਹਾਂ, ਜੋ ਕਿ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ ਨਿਸ਼ਾਨਦੇਹੀ ਕਰਦਾ ਹੈ। ਜੇਨ ਸਾਕੀ ਨੇ ਅੱਗੇ ਕਿਹਾ ਕਿ ਜਿਵੇਂ ਕਿ ਰਾਸ਼ਟਰਪਤੀ ਜੋ ਬਾਈਡਨ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਸਤੰਬਰ ਵਿੱਚ ਵਾਈਟ ਹਾਊਸ ਦਾ ਦੌਰਾ ਕੀਤਾ ਸੀ ਤਾਂ ਕਿਹਾ ਸੀ ਕਿ
ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੇ ਸੰਬੰਧ ਮਜ਼ਬੂਤ, ਨਜ਼ਦੀਕੀ ਅਤੇ ਗੂੜ੍ਹੇ ਹੋਣ ਲਈ ਪਹਿਲਾਂ ਤੋਂ ਹੀ ਤੈਅ ਨੇ ਅਤੇ ਇਸ ਤੋਂ ਪੂਰੀ ਦੁਨੀਆ ਨੂੰ ਫਾਇਦਾ ਹੋ ਸਕਦਾ ਹੈ। ਸਾਕੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਾਡੀ ਸਾਂਝੇਦਾਰੀ ਦੀ ਜੜ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਸਾਡੀ ਸਾਂਝੀ ਜ਼ਿੰਮੇਵਾਰੀ ਵਿੱਚ ਸ਼ਾਮਲ ਹੈ। ਇੱਕ ਟਵੀਟ ਵਿੱਚ ਕਾਂਗਰਸਮੈਨ ਐਰਿਕ ਸਵੈਲਵੇਲ ਨੇ ਭਾਰਤ ਅਤੇ ਭਾਰਤੀ ਅਮਰੀਕੀਆਂ ਨੂੰ ਭਾਰਤ ਦੇ 73ਵੇਂ ਗਣਤੰਤਰ ਦਿਵਸ ਤੇ ਵਧਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਹਨ ਅਤੇ ਸਾਡੀ ਸਾਂਝੀ ਭਾਈਵਾਲੀ ਲੋਕਤੰਤਰ ਵਿੱਚ ਵਿਸ਼ਵਾਸ, ਕਾਨੂੰਨ ਦੇ ਰਾਜ, ਮਨੁੱਖਤਾ, ਦਾਨ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਆਪਣੇ ਦੇਸ਼ਾਂ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦਾ ਸਨਮਾਨ ਕੀਤਾ ਜਾਵੇ। ਇਹ ਲੋਕਤੰਤਰੀ ਕਦਰਾਂ ਕੀਮਤਾਂ ਨੇ ਜੋ ਸਾਡੀ ਸਾਂਝੇਦਾਰੀ ਨੂੰ ਖਾਸ ਬਣਾਉਂਦੀਆਂ ਨੇ। ਕੁਰਦਿਸ਼ ਦੀ ਅਗਵਾਈ ਵਾਲੇ ਸੀਰੀਅਨ ਡੈਮੋਕ੍ਰੈਟਿਕ ਫੋਰਸਿਸ ਅਤੇ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਵਿਚਾਲੇ ਅਮਰੀਕੀ ਹਵਾਈ ਹਮਲਿਆਂ ਅਤੇ ਝੜਪਾਂ ਵਿਚਾਲੇ ਸੀਰੀਆ ਦੇ ਉੱਤਰ ਪੂਰਬੀ ਸੂਬੇ ਹਸਾਖਾ ਤੋਂ ਹੁਣ ਤੱਕ 3500 ਪਰਿਵਾਰ ਆਪਣੇ ਘਰ ਛੱਡ ਕੇ ਭੱਜ ਗਏ ਨੇ। ਸਮਾਚਾਰ ਏਜੰਸੀ ਸ਼ਨੂਆ ਮੁਤਾਬਕ 20 ਜਨਵਰੀ ਨੂੰ ਹਸਖਾਹ ਦੇ ਗੈਵੈਰਾਨ ਇਲਾਕੇ ਵਿੱਚ ਕੁਰਦ ਨਿਯੰਤਰਿਤ ਜੇਲ੍ਹ ਤੋਂ IS ਦੇ ਕੈਦੀਆਂ ਦੇ ਜੇਲ੍ਹ ਤੋੜਨ ਤੋਂ ਬਾਅਦ ਹਵਾਈ ਹਮਲੇ ਅਤੇ ਝੜਪਾਂ ਵਧੀਆਂ ਨੇ। ਜੇਲ੍ਹ ਤੋੜਨ ਤੋਂ ਬਾਅਦ STF ਜੇਲ੍ਹ ਦੇ ਅੰਦਰ ਅਤੇ ਬਾਹਰ IS ਅੱਤਵਾਦੀਆਂ ਨਾਲ ਭਿਆਨਕ ਲੜਾਈਆਂ ਵਿੱਚ ਰੁੱਝਿਆ ਹੋਇਆ ਸੀ, ਜਦੋਂ ਕਿ US ਦੀ ਅਗਵਾਈ ਵਾਲੇ ਜੰਗੀ ਜਹਾਜ਼ ਰਿਹਾਇਸ਼ੀ ਖੇਤਰਾਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਜਿੱਥੇ ਭਗੌੜੇ ਪਹੁੰਚ ਸਕਦੇ ਸਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਲੜਾਕੂ ਜਹਾਜ਼ਾਂ ਨੇ ਹਜ਼ਾਕਾ ਵਿੱਚ ਇੱਕ ਯੂਨੀਵਰਸਿਟੀ ਕੈਂਪਸ ਤੇ ਹਮਲਾ ਕੀਤਾ ਅਤੇ ਬਚੇ ਹੋਏ ਕੈਦੀਆਂ ਦੀ ਭਾਲ ਦੇ ਹਿੱਸੇ ਵਜੋਂ ਯੂਨੀਵਰਸਿਟੀ ਦੇ ਪਾਰਕਿੰਗ ਸਥਾਨ ਨੂੰ ਤਬਾਹ ਕਰ ਦਿੱਤਾ। ਅਜਿਹੀ ਸਥਿਤੀ ਨੇ ਹਜ਼ਾਰਾਂ ਪਰਿਵਾਰਾਂ ਨੂੰ ਕੁਰਦਾਂ ਨਿਯੰਤਰਣ ਖੇਤਰਾਂ ਵਿੱਚ ਝੜਪਾਂ ਵਾਲੀਆਂ ਥਾਵਾਂ ਦੇ ਨੇੜੇ ਆਪਣੇ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਇਟਲੀ ਦੇ ਟਾਪੂ ਲੈਂਪੈਡੂਸਾ ਦੇ ਤੱਟ ਤੇ ਮਿਲੀ ਲੱਕੜ ਦੀ ਬੰਦ ਕਿਸ਼ਤੀ ਵਿੱਚੋਂ 280 ਪ੍ਰਵਾਸੀਆਂ ਨੂੰ ਬਚਾ ਲਿਆ ਗਿਆ ਹੈ, ਜਦਕਿ 7 ਜਣਿਆਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਇਟਾਲੀਅਨ ਕੋਸਟ ਗਾਰਡ ਵੱਲੋਂ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ 3 ਪ੍ਰਵਾਸੀਆਂ ਦੀ ਮੌਤ ਉਸ ਸਮੇਂ ਹੋਈ ਹੈ ਜਦੋਂ ਤੱਟ ਰੱਖਿਅਕ ਬਚਾਅ ਲਈ ਤੇਜ਼ ਵਹਾਅ ਵਾਲੇ ਪਾਣੀ 'ਚ ਕਿਸ਼ਤੀ ਤੇ ਪਹੁੰਚ, ਜਦਕਿ 4 ਹੋਰਨਾਂ ਦੀ ਮੌਤ ਲੈਂਪੈਡੂਸਾ ਵਿੱਚ ਹਸਪਤਾਲ ਲਿਜਾਣ ਮਗਰੋਂ ਹਾਈਪੋਥਰਮੀਆ ਕਾਰਨ ਹੋ ਗਈ, ਯਾਨੀ ਕਿ ਸਰੀਰ ਦਾ ਤਾਪਮਾਨ ਘਟਣ ਕਾਰਨ। ਜ਼ਿਆਦਾਤਰ ਪ੍ਰਵਾਸੀ ਮਿਸਰ ਅਤੇ ਬੰਗਲਾਦੇਸ਼ ਤੋਂ ਨੇ। ਬਚਾਅ ਆਪਰੇਸ਼ਨ ਵਿੱਚ 4 ਕਿਸ਼ਤੀਆਂ ਦੀ ਮਦਦ ਲਈ ਗਈ ਹੈ। ਅਧਿਕਾਰੀਆਂ ਨੂੰ ਕਿਸ਼ਤੀ ਬਾਰੇ ਜਾਣਕਾਰੀ ਗੈਰ ਸਰਕਾਰੀ ਸੰਸਥਾ ਅਲਾਰਮ ਫੋਨ ਤੇ ਦਿੱਤੀ ਗਈ ਸੀ। ਦੱਖਣੀ ਪੂਰਬੀ ਯੂਰਪ ਵਿੱਚ ਠੰਡ ਦਾ ਮੌਸਮ ਆਪਣੇ ਸਿਖਰ ਤੇ ਹੈ। ਕੜਾਕੇ ਦੀ ਠੰਡ ਤੋਂ ਹਰ ਕੋਈ ਕੰਬ ਰਿਹਾ। ਜਨਵਰੀ ਮਹੀਨੇ ਦੀ ਰਿਕਾਰਡ ਤੋੜ ਠੰਡ ਕਾਰਨ ਸਭ ਕੁਝ ਠੱਪ ਹੋ ਗਿਆ ਹੈ। ਯੂਰਪ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਇਸਤਾਨਬੁਲ ਹਵਾਈ ਅੱਡੇ ਨੂੰ ਭਾਰੀ ਬਰਫ਼ਬਾਰੀ ਕਾਰਨ ਬੰਦ ਕਰਨਾ ਪਿਆ। ਇੰਨਾ ਹੀ ਨਹੀਂ, ਭਾਰੀ ਬਰਫ਼ਬਾਰੀ ਕਾਰਨ ਐਥੇਨਜ਼ ਵਿੱਚ ਸਕੂਲ ਤੇ ਟੀਕਾਕਰਨ ਕੇਂਦਰ ਵੀ ਬੰਦ ਕਰ ਦਿੱਤੇ ਗਏ। ਤੁਹਾਨੂੰ ਦੱਸ ਦਈਏ ਕਿ ਇਸ ਕੜਾਕੇ ਦੀ ਠੰਡ ਦਾ ਕਾਰਨ ਪੂਰਬੀ ਮੈਡੀਟੇਰੀਅਨ 'ਚ ਬਰਫੀਲੇ ਤੂਫਾਨ ਕਾਰਨ ਬਲੈਕਆਊਟ ਦੀ ਸਥਿਤੀ ਬਣ ਗਈ ਹੈ। ਇਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਭਾਰੀ ਬਰਫ਼ਬਾਰੀ ਕਾਰਨ ਕਾਰਗੋ ਟਰਮੀਨਲ ਦੀ ਛੱਤ ਡਿੱਗ ਗਈ। ਹਾਲਾਂਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਨਾਲ ਇਸਤਾਨਬੁਲ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ, ਜੋ ਮੱਧ ਪੂਰਬ ਤੇ ਅਫਰੀਕਾ ਤੋਂ ਯੂਰਪ ਤੋਂ ਏਸ਼ੀਆ ਲਈ ਉਡਾਣਾਂ ਦੀ ਸੇਵਾ ਕਰਦਾ ਹੈ। ਹਵਾਈ ਅੱਡੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਨੁਕੂਲ ਹਾਲਾਤ ਦੇ ਕਾਰਨ ਹਵਾਈ ਸੁਰੱਖਿਆ ਲਈ ਸਾਰੀਆਂ ਉਡਾਣਾਂ ਨੂੰ ਅਸਥਾਈ ਤੌਰ ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਸਰਦੀਆਂ ਦੀ ਪਹਿਲੀ ਬਰਫ਼ਬਾਰੀ ਨੇ ਇਸਤਾਨਬੁਲ ਦੇ ਲੋਕਾਂ 'ਚ ਰੋਮਾਂਚਕ ਮਾਹੌਲ ਪੈਦਾ ਕਰ ਦਿੱਤਾ। ਪੁਰਾਤਨ ਮਸਜਿਦ ਚੌਂਕ ਵਿੱਚ ਮਜ਼ੇਦਾਰ ਮਾਹੌਲ ਬਣਿਆ ਹੋਇਆ ਹੈ, ਜਿੱਥੇ ਬੱਚਿਆਂ ਨੇ ਬਰਫ਼ਬਾਰੀ ਵਿੱਚ ਖੂਬ ਮਸਤੀ ਕੀਤੀ ਹੈ। ਉੱਥੇ ਹੋਰ ਸੈਲਾਨੀ ਵੀ ਬਰਫ਼ਬਾਰੀ ਦਾ ਆਨੰਦ ਲੈਂਦੇ ਨਜ਼ਰ ਆਏ। ਦੂਜੇ ਪਾਸੇ ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ, ਜਿੱਥੇ ਸੜਕਾਂ ਬਰਫ਼ ਨਾਲ ਢੱਕੀਆਂ ਹੋਈਆਂ ਨੇ, ਉੱਥੇ ਕੜਾਕੇ ਦੀ ਠੰਡ ਤੇ ਬਰਫ਼ਬਾਰੀ 1.6 ਕਰੋੜ ਨਿਵਾਸੀਆਂ ਲਈ ਵੱਡੀ ਸਿਰਦਰਦੀ ਬਣ ਗਈ ਹੈ। ਕਾਰਾਂ ਇੱਕ ਦੂਜੇ ਨਾਲ ਟਕਰਾ ਰਹੀਆਂ ਨੇ। ਬਰਫ਼ ਕਾਰਨ ਹਾਈਵੇ ਪਾਰਕਿੰਗ ਸਥਾਨਾਂ 'ਚ ਬਦਲ ਗਏ ਨੇ। ਇਸਤਾਨਬੁਲ ਦੇ ਗਵਰਨਰ ਦਫ਼ਤਰ ਨੇ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਬਰਫ਼ਬਾਰੀ ਦੇ ਪ੍ਰਕੋਪ ਕਾਰਨ ਥਰੇਸ ਤੋਂ ਸ਼ਹਿਰ ਵਿੱਚ ਦਾਖਲ ਨਹੀਂ ਹੋ ਸਕਣਗੇ। ਇਹ ਸਥਿਤੀ ਤੁਰਕੀ ਦੇ ਯੂਰਪੀ ਹਿੱਸੇ ਤੱਕ, ਬੁਲਗਾਰੀਆ ਤੇ ਗ੍ਰੀਸ ਦੇ ਨਾਲ ਇਸ ਦੀ ਪੱਛਮੀ ਸਰਹੱਦ ਤੱਕ ਫੈਲੀ ਹੋਈ ਹੈ। ਡਰੱਗ ਮਾਮਲੇ ਵਿੱਚ ਫਸੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਮਜੀਠੀਆ ਦੇ ਵਕੀਲਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਜੀਠੀਆ ਦੀ ਗ੍ਰਿਫਤਾਰੀ ਤੇ ਸੁਪਰੀਮ ਕੋਰਟ ਨੇ ਸੋਮਵਾਰ ਤੱਕ ਰੋਕ ਲਗਾ ਦਿੱਤੀ ਹੈ। ਮਜੀਠੀਆ ਦੀ ਗ੍ਰਿਫਤਾਰੀ ਤੇ ਅਗਲੀ ਸੁਣਵਾਈ ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਕੀਤੀ ਜਾਏਗੀ। ਮਜੀਠੀਆ ਇਸ ਦੌਰਾਨ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਭਰ ਸਕਦੇ ਨੇ। ਦੱਸ ਦਈਏ ਕਿ ਬੀਤੇ ਦਿਨੀ ਡਰੱਗ ਮਾਮਲੇ ਵਿੱਚ ਫਸੇ ਮਜੀਠੀਆ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਵੱਲੋਂ ਮਜੀਠੀਆ ਦੇ
ਅੰਮ੍ਰਿਤਸਰ ਦੇ ਰਣਜੀਤ ਐਵਨਿਊ ਕਲੋਨੀ ਵਿੱਚ ਸਥਿਤ ਘਰ 'ਚ ਛਾਪੇਮਾਰੀ ਕੀਤੀ ਹੈ। ਪੁਲਿਸ ਮਜੀਠੀਆ ਨੂੰ ਗ੍ਰਿਫਤਾਰ ਕਰਨ ਵਿੱਚ ਨਾਕਾਮਯਾਬ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਿਕਰਮ ਮਜੀਠੀਆ ਦੀ ਅਗਾਊ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ, ਪਰ ਨਾਲੇ 3 ਦਿਨਾਂ ਲਈ ਗ੍ਰਿਫਤਾਰੀ ਨਾ ਕਰਨ ਦਾ ਆਦੇਸ਼ ਵੀ ਜਾਰੀ ਕੀਤਾ ਸੀ। ਹੁਣ ਸੁਪਰੀਮ ਕੋਰਟ ਪੁੱਜੇ ਮਜੀਠੀਆ ਨੂੰ ਵੱਡੀ ਰਾਹਤ ਮਿਲੀ ਹੈ ਤੇ ਸੋਮਵਾਰ ਤੱਕ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।